ਹੈਲੋ ਡੀਅਰ ਸਟੂਡੈਂਟ, ਅਸੀਂ +1 ਜਮਾਤ ਦਾ ਨਾਵਲ ਮੜੀ ਦਾ ਦੀਵਾ ਦਾ ਕਾਂਡ ਨੰਬਰ 1 ਰੀਡ ਕਰ ਰਹੇ ਸੀ। ਇਸ ਦਾ ਬੇਟਾ ਅਸੀਂ ਪੇਜ ਨੰਬਰ 7 ਤੇ 8 ਰੀਡ ਕਰ ਲਿਆ ਹੈ ਅਤੇ ਹੁਣ ਨੈਕਸਟ ਪੇਜ ਨੰਬਰ 9, 10 ਅਤੇ 11 ਦੀ ਰੀਡਿੰਗ ਕਰਨੀ ਹੈ। ਪਰ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜੋ ਪੇਜ ਨੰਬਰ 7 ਤੇ 8 ਅਸੀਂ ਰੀਡ ਕਰ ਚੁੱਕੇ ਹਾਂ ਉਸ ਬਾਰੇ ਸੰਖੇਪ ਵਿੱਚ ਦੱਸਾਂਗੀ। ਕਾਂਡ 1 ਦੇ ਆਰੰਭ ਵਿੱਚ ਅਸੀਂ ਵੇਖਦੇ ਹਾਂ ਕਿ ਨੰਦੀ ਜਦੋਂ ਆਪਣੀ ਗੁਆਂਢਣ ਸੂਟੀ ਦੇ ਘਰ ਜਾਂਦੀ ਹੈ ਤਾਂ ਉਸ ਨੂੰ ਸੂਟੀ ਰਾਹੀਂ ਪਤਾ ਲੱਗਦਾ ਹੈ ਕਿ ਉਸ ਦੀ ਭੂਆ ਦਾ ਪੁੱਤ ਆਪਣੀ ਮੁਟਿਆਰ ਧੀ ਲਈ ਘੁੱਦੇ ਦਾ ਮੁੰਡਾ ਵੇਖਣ ਆਇਆ ਸੀ। ਉਸ ਸਮੇਂ ਨੰਦੀ ਉਸ ਨੂੰ ਆਪਣੇ ਪੁੱਤਰ ਜਗਸੀਰ ਦਾ ਰਿਸ਼ਤਾ ਕਰਵਾਉਣ ਲਈ ਵੀ ਆਖਦੀ ਹੈ ਤਾਂ ਸੂਟੀ ਨੰਦੀ ਨੂੰ ਕਹਿੰਦੀ ਹੈ ਕਿ ਉਹ ਜਦੋਂ ਵੀ ਕਿਤੇ ਜਗਸੀਰ ਦੇ ਰਿਸ਼ਤੇ ਦੀ ਗੱਲ ਕਰਦੀ ਹੈ ਤਾਂ ਲੋਕ ਉਸ ਦੀ ਵਡੇਰੀ ਉਮਰ ਦਾ ਹਵਾਲਾ ਦੇ ਕੇ ਇਨਕਾਰ ਕਰ ਦਿੰਦੇ ਹਨ। ਇਸ ਤੋਂ ਬਾਅਦ ਨੰਦੀ ਤੋਂ ਸੂਟੀ ਆਪਣਾ ਖਹਿੜਾ ਛੁਡਾਉਣ ਲਈ ਘਰੇਲੂ ਕੰਮਕਾਜ ਕਰਨ ਲੱਗ ਪੈਂਦੀ ਹੈ ਤਾਂ ਨੰਦੀ ਜਦੋਂ ਸੂਟੀ ਦਾ ਅਜਿਹਾ ਰੁਖ ਵੇਖਦੀ ਹੈ ਤਾਂ ਉਸ ਸਮੇਂ ਉਹ ਆਪਣੀ ਡੰਗੋਰੀ ਦੇ ਸਹਾਰੇ ਤੇ ਕੰਧ ਦਾ ਆਸਰਾ ਲੈਂਦੀ ਹੋਈ ਆਪਣੇ ਘਰ ਆ ਜਾਂਦੀ ਹੈ ਤੇ ਰੱਬ ਨੂੰ ਉਲਾਮੇ ਦੇਣੇ ਸ਼ੁਰੂ ਕਰ ਦਿੰਦੀ ਹੈ। ਹੁਣ ਇਸ ਤੋਂ ਬਾਅਦ ਬੇਟਾ ਅਸੀਂ ਨੈਕਸਟ ਪੇਜ ਨੰਬਰ 9, 10 ਤੇ 11 ਦੀ ਰੀਡਿੰਗ ਕਰਨੀ ਹੈ। ਪਹਿਲੇ ਪੇਜ ਨੰਬਰ ਜੋ ਸਾਡਾ 9 ਹੈ ਇਸ ਦੇ ਜੋ ਵਰਡ ਮੀਨਿੰਗ ਨੇ ਉਹ ਅਸੀਂ ਡਿਸਕਸ ਕਰਾਂਗੇ। ਪਹਿਲੇ ਵਰਡ ਜਿਵੇਂ ਆ ਗਿਆ ਬੇਟਾ ਵਾਧਾ ਵਧਣ, ਵੰਸ਼ ਵਧਾਉਣ। ਨੈਕਸਟ ਵਰਡ ਹੈਗਾ ਨਿਹਫਲ, ਨਿਹਫਲ ਬੂਟਾ ਜਿਸ ਨੂੰ ਫਲ ਨਾ ਲੱਗਣ। ਨੈਕਸਟ ਪਾਪੜ ਨਹੀਂ ਵੇਲੇ, ਪਾਪੜ ਵੇਲਣਾ ਯਤਨ ਕਰਨੀ, ਕੋਸ਼ਿਸ਼ ਕਰਨਾ। ਘਰ ਬੰਨਣ ਲਈ, ਘਰ ਵਸਾਉਣ ਲਈ। ਨੈਕਸਟ ਵਰਡ ਪੇਸ਼ ਨਹੀਂ ਗਈ, ਕੋਈ ਵਾਰ ਨਹੀਂ ਚੱਲੀ। ਨੈਕਸਟ ਵਰਡ ਬੇਟਾ ਤਰਲੇ ਕੀਤੇ, ਮਿੰਨਤਾਂ ਕੀਤੀਆਂ। 4 ਛਿੱਲੜ ਲੈ ਦੇ ਕੇ, ਪੈਸੇ ਲੈ ਦੇ ਕੇ। ਕਲੰਕ ਬਦਨਾਮੀ, ਅੜੀ ਜਿੱਦ। ਨੈਕਸਟ ਵਰਡ ਹੈ ਅਟਕਾ, ਰੁਕਾਵਟ। ਪੇਕਿਆਂ ਵਾਰੀ ਜਿਸ ਪੇਕੇ ਨਾ ਹੋਣੇ, ਪੇਕਿਆਂ ਤੋਂ ਬਿਨਾਂ। ਗੱਲ ਚਿਤਾਰਨ ਨਹੀਂ ਦਿੱਤੀ, ਗੱਲ ਚਿਤਾਰਨ ਨਹੀਂ ਦਿੱਤੀ, ਗੱਲ ਯਾਦ ਨਹੀਂ ਆਉਣ ਦਿੱਤੀ। ਪੱਥਰ ਚਿੱਤ, ਸਖਤ ਦਿਲ। ਸਬਰ ਦਾ ਘੁੱਟ ਭਰਨਾ, ਸਬਰ ਦਾ ਘੁੱਟ ਭਰਨਾ ਅੰਦਰੋਂ ਅੰਦਰੀ ਦੁੱਖ ਨੂੰ ਬਰਦਾਸ਼ਤ ਕਰਨਾ। ਨੈਕਸਟ ਬੇਟਾ ਵਰਡ ਹੈ ਵਿਹਰ ਕੇ, ਵਿਰੁੱਧ ਜਾ ਕੇ। ਨੈਕਸਟ ਵਰਡ ਹੈਗਾ ਲਾਣਾ, ਸਾਂਸੀਆਂ ਦਾ ਸਾਰਾ ਲਾਣਾ, ਲਾਣਾ ਇੱਥੇ ਸਾਰਾ ਕਬੀਲਾ। ਸ਼ਿਹਣੀ, ਸ਼ੇਰਨੀ। ਹੁਣ ਇਸ ਤੋਂ ਬਾਅਦ ਪੇਜ ਨੰਬਰ 9 ਦੇ ਵਰਡ ਮੀਨਿੰਗ ਡਿਸਕਸ ਕਰਨ ਤੋਂ ਬਾਅਦ ਬੇਟਾ ਅਸੀਂ ਨੈਕਸਟ ਇਸ ਪੇਜ ਦੀ ਰੀਡਿੰਗ ਕਰਨੀ ਹੈ। ਪਰ ਇਸ ਪੇਜ ਦੀਆਂ ਲਾਸਟ ਜੋ 2 ਲਾਈਨਾਂ ਨੇ ਸਾਡੀਆਂ ਪੇਜ ਨੰਬਰ 8 ਦੇ ਉੱਪਰ ਨੇ। ਸੁੱਖਾਂ ਸੁੱਖ ਸੁੱਖ ਉਹਨੇ ਚੌਹਾਂ ਧੀਆਂ ਪਿੱਛੋਂ ਇੱਕ ਪੁੱਤ ਖੱਟਿਆ ਸੀ। ਜੱਗ ਵਿੱਚ ਆਪਣਾ ਸੀਰ ਪੈ ਗਿਆ, ਸੀਰ ਪੈ ਗਿਆ ਮਤਲਬ ਨਾਤਾ ਜੁੜ ਗਿਆ, ਰਿਸ਼ਤਾ ਜੁੜ ਗਿਆ। ਸਮਝ ਕੇ ਉਸਨੇ ਉਹਦਾ ਨਾਂ ਜਗਸੀਰ ਰੱਖਿਆ। ਕਿੰਨਾ ਚਾਵਾਂ ਨਾਲ ਤੇ ਔਖਾ ਨਾਲ ਉਹਨੇ ਆਪਣੇ ਪੁੱਤ ਨੂੰ ਪਾਲਿਆ। ਪਰ ਜਦੋਂ ਅਗਾਂਹ ਵਾਧਾ ਵਧਣ ਦਾ ਵੇਲਾ ਆਇਆ ਤਾਂ ਜਿਵੇਂ ਬਿੱਧ ਮਾਤਾ ਨੇ ਨੰਦੀ ਨੂੰ ਆਖਿਆ, ਨੰਦੀਏ ਤੂੰ ਆਪਣੇ ਇਸ ਨਿਹਫਲ ਬੂਟੇ ਨੂੰ ਸਾਂਭ ਰੱਖ, ਇਹਨੂੰ ਫਲ ਲੱਗਣ ਦੀ ਰੁੱਤ ਮੈਂ ਨਹੀਂ ਆਉਣ ਦੇਣੀ। ਪਰ ਬਿੱਧ ਮਾਤਾ ਤੋਂ ਵਿਹਰ ਕੇ ਵੀ ਨੰਦੀ ਨੇ ਕੀ ਪਾਪੜ ਨਹੀਂ ਵੇਲੇ ਆਪਣੇ ਜਗਸੀਰ ਦਾ ਘਰ ਬੰਨਣ ਲਈ। ਜਿਹਦੀ ਕਦੀ ਪਿੱਠ ਨਹੀਂ ਸੀ ਵੇਖੀ, ਉਹਦੇ ਪੈਰ ਫੜੇ ਸਨ, ਫਿਰ ਵੀ ਉਹਦੀ ਕੋਈ ਪੇਸ਼ ਨਹੀਂ ਸੀ ਗਈ। ਜਗਸੀਰ ਦੀ ਉਮਰ ਹੁਣ ਦੋਹਾਂ ਉੱਤੇ 40 ਵਰ੍ਹਿਆਂ ਦੀ ਹੋ ਗਈ ਸੀ, ਭਾਵ ਕਿ 42 ਵਰ੍ਹਿਆਂ ਦੀ ਹੋ ਗਈ ਸੀ। ਅਜੇ ਤੱਕ ਨੰਦੀ ਤੋਂ ਕਿਤੇ ਹੱਥ ਨਹੀਂ ਸੀ ਪਿਆ। ਹੁਣ ਇੱਥੇ ਦੱਸਿਆ ਗਿਆ ਕਿ ਨੰਦੀ ਨੇ ਜਗਸੀਰ ਦਾ ਵਿਆਹ ਕਰਨ ਲਈ ਬਹੁਤ ਪਾਪੜ ਵੇਲੇ ਸਨ, ਪਰ ਫਿਰ ਵੀ ਉਹਦੀ ਕੋਈ ਵਾਹ ਪੇਸ਼ ਨਹੀਂ ਚੱਲੀ ਸੀ। ਜਗਸੀਰ ਜਿਸ ਦੀ ਕਿ ਉਮਰ ਹੁਣ ਲਗਭਗ 42 ਸਾਲ ਹੋ ਗਈ ਸੀ, ਅਜੇ ਤੱਕ ਉਸ ਦਾ ਕਿਤੇ ਵੀ ਰਿਸ਼ਤਾ ਨਹੀਂ ਜੁੜਿਆ ਸੀ। ਜਗਸੀਰ ਦੇ ਪਿਓ ਮਰੇ ਨੂੰ ਕੋਈ 15 ਵਰ੍ਹੇ ਹੋ ਗਏ ਸਨ। ਜਦੋਂ ਉਹ ਜਿਉਂਦਾ ਸੀ ਤਾਂ ਨੰਦੀ ਨੇ ਉਹਦੇ ਬਥੇਰੇ ਤਰਲੇ ਕੀਤੇ ਤੇ ਕਿਸੇ ਨੂੰ 4 ਛਿੱਲੜ ਲੈ ਦੇ ਕੇ ਹੀ ਕੋਈ ਵਸੀਲਾ ਬਣਾ ਲਵੇ, ਪਰ ਉਹ ਆਪਣੇ ਧਰਮ ਦਾ ਪੂਰਾ ਸੀ।
ਤੇ ਉਸਨੇ ਨੰਦੀ ਦੀ ਕਦੇ ਨਾ ਸੁਣੀ। ਅਜਿਹੇ ਵੇਲੇ ਅੱਗੋਂ ਸਗੋਂ ਹਿਰਖ ਕੇ ਆਖਦਾ, ਜਦੋਂ ਮੈਂ ਆਪਣੀਆਂ ਚਾਰੋਂ ਧੀਆਂ ਪੁੰਨ ਦੀਆਂ ਦਿੱਤੀਆਂ ਤਾਂ ਪੁੱਤ ਪਿੱਛੇ ਕਲੰਕ ਕਿਵੇਂ ਖੱਟ ਲਾਂ। ਤੇ ਉਸ ਆਪਣੀ ਅੜੀ ਅਖੀਰਲੇ ਦਮ ਤੱਕ ਫੜੀ ਰੱਖੀ। ਇਸੇ ਤਰ੍ਹਾਂ ਨੰਦੀ ਨੇ ਆਪਣੇ ਪਤੀ ਠੋਲੇ ਨੂੰ ਵੀ ਕਈ ਵਾਰੀ ਮਿੰਨਤਾਂ ਕੀਤੀਆਂ ਸਨ ਕਿ ਉਹ 4 ਪੈਸੇ ਲੈ ਦੇ ਕੇ ਜਗਸੀਰ ਦਾ ਰਿਸ਼ਤਾ ਕਰਵਾ ਦੇਵੇ, ਪਰ ਠੋਲੇ ਨੇ ਅਜਿਹਾ ਕਲੰਕ ਖੱਟਣ ਤੋਂ ਇਨਕਾਰ ਕਰ ਦਿੱਤਾ ਸੀ, ਕਿਉਂਕਿ ਉਹ ਆਪਣੇ ਧਰਮ ਦਾ ਬੜਾ ਪੱਕਾ ਸੀ। ਉਂਝ ਭਾਵੇਂ ਕਿਵੇਂ ਨਾ ਕਿਵੇਂ ਨੰਦੀ ਇਹ ਸਾਰੀਆਂ ਗੱਲਾਂ ਵੀ ਨਜਿੱਠ ਲੈਂਦੀ, ਪਰ ਜਿਹੜਾ ਕਲੰਕ ਉਹ ਕਿਵੇਂ ਵੀ ਨਹੀਂ ਸੀ ਧੋ ਸਕਦੀ, ਉਹ ਉਹਦੇ ਪੇਕਿਆਂ ਦੀ ਅਣਹੋਂਦ ਸੀ। ਇਹ ਇੱਕ ਅਜਿਹਾ ਅਟਕਾ ਸੀ ਕਿ ਇਸੇ ਗੱਲ ਪਿੱਛੇ ਕਈ ਵਾਰੀ ਸਾਰੀ ਦੀ ਸਾਰੀ ਬਣੀ ਬਣਾਈ ਖੇਡ ਵਿਗੜ ਗਈ ਸੀ। ਜਦੋਂ ਵੀ ਕੋਈ ਵੇਖਣ ਵਾਲਾ ਆਉਂਦਾ ਤਾਂ ਲੋਕਾਂ ਦੀ ਚੁੱਕ 'ਚ ਆਇਆ ਸਭ ਤੋਂ ਪਹਿਲਾਂ ਇਹੋ ਗੱਲ ਪੁੱਛਦਾ, ਮੁੰਡੇ ਦੇ ਨਾਨਕੇ ਕਿੱਥੇ ਹੈ। ਨੰਦੀ ਕੀ ਦੱਸੇ, ਕਿੰਨੀ ਵਾਰੀ ਉਸ ਇਸੇ ਗੱਲ ਪਿੱਛੇ ਝੂਠ ਬੋਲਿਆ ਸੀ, ਪਰ ਭਾਨੀ ਮਾਰ ਜੇ ਅਜਿਹੇ ਝੂਠ ਚੱਲਣ ਦਿੰਦੇ ਹੁੰਦੇ ਤਾਂ ਸ਼ਾਇਦ ਕਿਸੇ ਦਾ ਕੋਈ ਵੀ ਕੁਆਰਾ ਨਾ ਰਹਿੰਦਾ। ਨੰਦੀ ਪੇਕਿਆਂ ਵਾਹਰੀ ਸੀ। ਜਗਸੀਰ ਦੇ ਪਿਓ ਨੇ ਭਾਵੇਂ ਉਹਨੂੰ ਜਿਉਂਦੇ ਜੀ ਕਦੇ ਇਹ ਗੱਲ ਚਿਤਾਰਨ ਨਹੀਂ ਸੀ ਦਿੱਤੀ, ਪਰ ਲੋਕਾਂ ਦੀ ਦੰਦ ਕਥਾ ਨੂੰ ਉਹ ਕਿਵੇਂ ਰੋਕ ਲੈਂਦਾ। ਮਾਰਦੇ ਤਾਂ ਬੰਦਾ ਹੱਥ ਫੜ ਲਏ, ਪਰ ਬੋਲਦੇ ਦੀ ਜੀਭ ਕਿੰਜ ਫੜੇ। ਹੁਣ ਅਸਲੀ ਕਾਰਨ ਕੀ ਸੀ ਜੋ ਜਗਸੀਰ ਦਾ ਵਿਆਹ ਨਹੀਂ ਸੀ ਹੋ ਰਿਹਾ, ਕਿ ਨੰਦੀ ਦੇ ਪੇਕਿਆਂ ਦੇ ਨਾਲ ਉਸਦਾ ਕੋਈ ਰਿਸ਼ਤਾ ਨਹੀਂ ਸੀ। ਤੇ ਇਸੇ ਕਰਕੇ ਭਾਨੀ ਮਾਰ ਜਦੋਂ ਇਹ ਭਾਨੀ ਮਾਰ ਦਿੰਦੇ ਸਨ ਕਿ ਮੁੰਡੇ ਦੇ ਨਾਨਕੇ ਨਹੀਂ ਹਨ, ਜਾਂ ਮੁੰਡੇ ਦੇ ਨਾਨਕਿਆਂ ਨਾਲ ਮਾਂ ਦਾ ਕੋਈ ਵਾਹ ਵਾਸਤਾ ਨਹੀਂ ਹੈ, ਤੇ ਇਸੇ ਕਾਰਨ ਜਗਸੀਰ ਦਾ ਰਿਸ਼ਤਾ ਸਿਰੇ ਨਹੀਂ ਚੜ੍ਹਦਾ ਸੀ। ਨੰਦੀ ਸਾਂਸੀਆਂ ਦੀ ਧੀ ਸੀ। ਉਹਦੇ ਮਾਪੇ ਪਤਾ ਨਹੀਂ ਕਿੱਧਰ ਮਾਰ ਖੱਪ ਗਏ ਸਨ। ਉਹਨਾਂ ਬਾਰੇ ਮੁੜ ਉਸ ਕਦੇ ਕੁਝ ਨਹੀਂ ਸੁਣਿਆ। ਜਦੋਂ ਨੰਦੀ ਨੂੰ ਇਹ ਬੀਤੀਆਂ ਗੱਲਾਂ ਯਾਦ ਆ ਜਾਂਦੀਆਂ ਤਾਂ ਉਹ ਹੁਣ ਵੀ ਕਈ ਵਾਰੀ ਸਾਰੀ ਸਾਰੀ ਰਾਤ ਰੋਂਦੀ ਰਹਿੰਦੀ। ਫਿਰ ਜਦੋਂ ਅਜਿਹੇ ਪੱਥਰ ਚਿੱਤ ਮਾਪਿਆਂ ਦਾ ਖਿਆਲ ਆਉਂਦਾ ਜਿੰਨਾ ਉਹਦਾ ਮੁੜ ਕਦੇ ਮੂੰਹ ਆ ਕੇ ਨਹੀਂ ਸੀ ਵੇਖਿਆ, ਤਾਂ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਜਾਂਦੀ। ਨੰਦੀ ਤੇ ਜਗਸੀਰ ਦੇ ਪਿਓ ਦੀ ਆਪਣੀ ਇਸ਼ਕ ਕਹਾਣੀ ਸੀ। ਉਹਦੇ ਟੱਪਰੀ ਵਾਸ ਮਾਪੇ ਜਦੋਂ ਦੇਸ ਪਰਦੇਸ ਕਸ਼ ਦੇ ਇੱਧਰ ਆਏ, ਕਸ਼ ਦੇ ਮਤਲਬ ਫਿਰਦੇ, ਤਾਂ ਨੰਦੀ ਦਾ ਜਗਸੀਰ ਦੇ ਪਿਓ ਨਾਲ ਮੇਲ ਹੋ ਗਿਆ। ਉਹ ਆਪਣੇ ਸਾਰੇ ਕਬੀਲੇ ਤੋਂ ਵਿਹਰ ਕੇ ਜਗਸੀਰ ਦੇ ਪਿਓ ਨਾਲ ਨੱਸ ਗਈ। ਸਾਂਸੀਆਂ ਦਾ ਸਾਰਾ ਲਾਣਾ ਉੱਠ ਕੇ ਜਦੋਂ ਉਹਨੂੰ ਭਾਲਣ ਚੜ੍ਹਿਆ ਤਾਂ ਉਹ ਆਪੇ ਹੀ ਉਹਨਾਂ ਕੋਲ ਆ ਗਈ। ਤੇ ਇਹ ਗੱਲ ਅੱਜ ਤਾਈਂ ਵੀ ਪੁਰਾਣੇ ਬੁੱਢਿਆਂ ਨੂੰ ਨਹੀਂ ਸੀ ਭੁੱਲੀ ਕਿ ਕਿਵੇਂ ਉਹ ਘੱਗਰੀ ਦੀ ਲਾਂਗੜ ਮਾਰ ਕੇ ਗੰਡਾਸਾ ਮੋਢੇ 'ਤੇ ਧਰ ਕੇ ਸ਼ਿਹਣੀ ਵਾਂਗ ਸਾਰਿਆਂ ਨੂੰ ਸਾਹਮਣੇ ਹੋ ਖੜੋਤੀ ਸੀ। ਉਹਦਾ ਇਹ ਰੁੱਖ ਵੇਖ ਕੇ ਉਹਦੇ ਪਿਓ ਨੇ ਸਾਰਿਆਂ ਨੂੰ ਵਰਜ ਦਿੱਤਾ ਸੀ ਕਿ ਦੂਰੋਂ ਹੀ ਰੋਣੀ ਆਵਾਜ਼ ਵਿੱਚ ਉਸ ਡੱਕੇ ਤੋੜ ਕੇ ਸੁੱਟਦਿਆਂ ਆਖਿਆ ਸੀ, ਆ ਲੈ ਨੰਦੀਏ, ਤੂੰ ਅੱਜ ਸਾਡੇ ਵੰਨਿਓ ਮਰ ਗਈ। ਵੰਨਿਓ ਮਤਲਬ ਵੱਲੋਂ, ਤੇ ਅਸੀਂ ਤੇਰੇ ਵੰਨਿਓ। ਜਿਹੜੇ ਖਾਤੇ ਮਰਜ਼ੀ ਐ ਜਾ ਪੈ, ਅਸੀਂ ਮੁੜ ਤੇਰਾ ਮੂੰਹ ਨਹੀਂ ਵੇਖਣ ਆਉਣਾ। ਹੁਣ ਨੰਦੀ ਦੇ ਪੇਕਿਆਂ ਵਾਰੀ ਹੋਣ ਦੇ ਕਾਰਨ ਹੀ ਉਸਦੇ ਪੁੱਤਰ ਜਗਸੀਰ ਦਾ ਰਿਸ਼ਤਾ ਸਿਰੇ ਨਹੀਂ ਚੜ੍ਹ ਰਿਹਾ ਸੀ। ਠੀਕ ਹੈ, ਹੁਣ ਨੈਕਸਟ ਪੇਜ ਨੰਬਰ ਆ ਜਾਂਦਾ 10। ਪਹਿਲੇ ਅਸੀਂ ਇਸ ਦੇ ਵਰਡ ਮੀਨਿੰਗ ਨੋਟ ਕਰਾਂਗੇ। ਔਖੇ ਸ਼ਬਦਾਂ ਦੇ ਅਰਥ। ਪਹਿਲੇ ਵਰਡ ਹੈ ਵਿਸਰ ਗਈਆਂ, ਭੁੱਲ ਗਈਆਂ। ਨੈਕਸਟ ਹੈ ਫੱਟਾਂ, ਫੱਟ ਜ਼ਖਮ। ਨੈਕਸਟ ਬੇਟਾ ਵਰਡ ਹੈ ਰੁਕੇ ਹੋਏ, ਜਿਵੇਂ ਲਾਈਨ ਇੱਥੇ ਹੈ, ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸਨ। ਰੁਕੇ ਹੋਏ ਸਨ ਜਿਨ੍ਹਾਂ ਦੀ ਮਤਲਬ ਵਡੇਰੀ ਉਮਰ ਕਾਰਨ ਵਿਆਹ ਨਹੀਂ ਹੋਏ ਸਨ। ਨੈਕਸਟ ਹੈ ਪਿੱਟ ਕੇ ਬਹਿ ਗਈ, ਰੋਂਦੀ, ਰੋ ਕੇ ਬਹਿ ਗਈ। ਨੈਕਸਟ ਬੇਟਾ ਵਰਡ ਹੈ ਵਿਹੜੇ ਨੂੰ ਭਾਗ ਨਾ ਲੱਗੇ ਹੁੰਦੇ। ਵਿਹੜੇ ਨੂੰ ਭਾਗ ਲੱਗਣਾ ਕਿ ਉਹਨਾਂ ਦੇ ਘਰ ਵਿੱਚ ਜਗਸੀਰ ਦੀ ਜੇਕਰ ਕੋਈ ਔਲਾਦ ਹੋਈ ਹੁੰਦੀ ਤਾਂ ਉਹਨਾਂ ਦਾ ਵੰਸ਼ ਅੱਗੇ ਵੱਧ ਜਾਣਾ ਸੀ। ਨੈਕਸਟ ਬੇਟਾ ਸਿੜੀ, ਅਰਥੀ, ਗੱਤ ਹੋ ਜਾਂਦੀ, ਮੁਕਤੀ ਮਿਲ ਜਾਂਦੀ। ਤਿਰਸਕਾਰ, ਅਪਮਾਨ। ਆਥਣੇ, ਸ਼ਾਮ ਦੇ ਵੇਲੇ। ਨੈਕਸਟ ਵਰਡ ਹੈ ਆਥਣ ਉੱਗਣ, ਸ਼ਾਮ ਸਵੇਰੇ। ਅਕੇਵਾਂ ਹੋਣ ਲੱਗ ਪਿਆ, ਪਰੇਸ਼ਾਨ ਹੋ ਜਾਣਾ।
ਹੁਣ ਨੈਕਸਟ ਬੇਟਾ ਪਹਿਲਾਂ ਅਸੀਂ ਪੇਜ ਨੰਬਰ 9 ਦੀ ਨੈਕਸਟ ਰੀਡਿੰਗ ਕਰਾਂਗੇ। ਤੇ ਮੁੜ ਅੱਜ ਤਾਈਂ ਨਾ ਨੰਦੀ ਨੇ ਆਪਣੇ ਮਾਪਿਆਂ ਨੂੰ ਭਾਲਿਆ, ਨਾ ਉਹਨਾਂ ਨੇ ਕਦੇ ਇਸ ਪਿੰਡ ਵੱਲ ਮੂੰਹ ਕੀਤਾ। ਨੰਦੀ ਨੂੰ ਇਹ ਸਭ ਯਾਦਾਂ ਜਿਵੇਂ ਵਿਸਰ ਗਈਆਂ ਸਨ, ਪਰ ਵੱਡੇ ਵੱਡੇ ਫੱਟਾਂ ਦੇ ਨਿਸ਼ਾਨਾਂ ਵਾਂਗ ਅਜੇ ਵੀ ਇਹਨਾਂ ਦੇ ਨਿਸ਼ਾਨ ਸਾਫ਼ ਦਿਸਦੇ ਸਨ। ਮਤਲਬ ਕਿ ਬੇਸ਼ੱਕ ਨੰਦੀ ਆਪਣੇ ਮਾਂ-ਬਾਪ ਨੂੰ ਭੁੱਲ ਗਈ ਸੀ, ਪਰ ਕਿਤੇ ਨਾ ਕਿਤੇ ਉਸ ਨੂੰ ਆਪਣੇ ਮਾਂ-ਬਾਪ ਦੀ ਯਾਦ ਵੀ ਆਉਂਦੀ ਸੀ। ਉਹਦੇ ਪੇਕਿਆਂ ਵਾਰੀ ਹੋਣ ਸਦਕਾਈ ਉਹਦੀਆਂ ਚਾਰੇ ਧੀਆਂ ਚੰਗੇ ਘਰੀਂ ਨਹੀਂ ਸੀ ਵਿਆਹੀਆਂ ਗਈਆਂ। ਤਿੰਨਾਂ ਦੇ ਸਾਕ ਤਾਂ ਉੱਥੇ ਕਰਨੇ ਪਏ ਸਨ ਜਿੱਥੇ ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸਨ। ਨੰਦੀ ਜਗਸੀਰ ਦੇ ਪਿਓ ਅੱਗੇ ਪਿੱਟ ਕੇ ਬਹਿ ਰਹੀ ਸੀ ਕਿ ਜਦੋਂ ਧੀਆਂ ਅਜਿਹੇ ਨਰਕ ਵਿੱਚ ਹੀ ਸੁੱਟਣੀਆਂ ਤਾਂ ਮੁੱਲ ਕਿਉਂ ਨਾ ਲਿਆ ਜਾਏ। ਜਦੋਂ ਲੋਕ ਮੂੰਹ ਅੱਡ ਕੇ ਆਪ ਮੰਗ ਲੈਂਦੇ ਸਨ, ਉਦੋਂ ਉਹਨਾਂ ਦਾ ਧਰਮ ਤੇ ਨੰਦੀ ਦੇ ਪੇਕਿਆਂ ਵਾਰੀ ਹੋਣ ਦੀ ਗੱਲ ਕਿੱਧਰ ਜਾਂਦੀ ਸੀ। ਜਦੋਂ ਲੋਕਾਂ ਦਾ ਕੋਈ ਧਰਮ ਨਹੀਂ ਤਾਂ ਅਸੀਂ ਕੀ ਕੋਈ ਇਹਦਾ ਠੇਕਾ ਲਿਆਏ। ਪਰ ਉਹ ਕਦੇ ਨਾ ਮੰਨਿਆ। ਉਹ ਸਗੋਂ ਆਪਣਾ ਧਰਮ ਗਿਆਨ ਘੋਟਣ ਲੱਗ ਪੈਂਦਾ। ਜਿਸ ਦੁਨੀਆ ਮਗਰ ਲੱਗ ਕੇ ਧਰਮ ਛੱਡ ਦਿੱਤਾ ਉਹ ਕੋਈ ਬੰਦੇ ਹੈ। ਹੁਣ ਦੂਸਰੇ ਪਾਸੇ ਦੇਖੋ, ਨੰਦੀ ਦੀਆਂ ਜੋ ਚਾਰ ਧੀਆਂ ਸਨ ਉਹ ਵੀ ਚੰਗੇ ਘਰ ਨਹੀਂ ਵਿਆਹੀਆਂ ਗਈਆਂ ਸਨ। ਕਿਉਂਕਿ ਨੰਦੀ ਪੇਕਿਆਂ ਵਾਰੀ ਸੀ। ਤੇ ਇੱਥੋਂ ਤੱਕ ਕਿ ਤਿੰਨ ਧੀਆਂ ਦੇ ਸਾਕ ਉਹਨਾਂ ਨੂੰ ਉੱਥੇ ਕਰਨੇ ਪਏ ਸੀ ਜਿੱਥੇ ਮੁੰਡੇ ਕਈ ਵਰਿਆਂ ਦੇ ਰੁਕੇ ਹੋਏ ਸੀ, ਮਤਲਬ ਕਾਫੀ ਵਡੇਰੀ ਉਮਰ ਦੇ ਸਨ। ਤੇ ਨੰਦੀ ਨੇ ਠੋਲੇ ਨੂੰ ਉਸ ਵੇਲੇ ਵੀ ਇਹ ਗੱਲ ਆਖੀ ਸੀ ਕਿ ਜੇਕਰ ਧੀਆਂ ਨੂੰ ਅਜਿਹੇ ਘਰੀ ਵਿਆਹੁਣਾ ਹੀ ਹੈ ਤੇ ਕਿਉਂ ਨਾ ਕੁਝ ਪੈਸੇ ਲਏ ਜਾਣ, ਪਰ ਠੋਲੇ ਨੇ ਫਿਰ ਵੀ ਇਨਕਾਰ ਕਰ ਦਿੱਤਾ ਸੀ। ਨੈਕਸਟ ਪੈਰਾ ਬੇਟਾ। ਚੰਦਰਿਆ, ਜੇ ਤੂੰ ਹੀ ਮੇਰੀ ਗੱਲ ਮੰਨ ਲੈਂਦਾ ਤਾਂ ਹੁਣ ਨੂੰ ਸੁੱਖ ਨਾਲ ਵਿਹੜੇ ਨੂੰ ਭਾਗ ਨਾ ਲੱਗੇ ਹੁੰਦੇ। ਨੰਦੀ ਨੇ ਪਿਆਂ ਜਿਵੇਂ ਜਗਸੀਰ ਦੇ ਪਿਓ ਨੂੰ ਸੰਬੋਧਨ ਕਰਦਿਆਂ ਆਖਿਆ। ਕਿਸੇ ਪੋਤੇ ਤੋਂ ਸਿੜੀ ਨੂੰ ਹੱਥ ਲਵਾ ਕੇ ਤੁਰਦਾ ਤਾਂ ਗੱਤ ਹੋ ਜਾਂਦੀ। ਹੁਣ ਪਿਆ ਨਰਕਾਂ ਦੀ ਅੱਗ 'ਚ ਸੜਦਾ ਹੋਵੇਗਾ। ਦੱਸ ਤੇਰਾ ਧਰਮ ਤੈਨੂੰ ਕੀ ਤਾਰੂ। ਪਰ ਨਰਕ ਸ਼ਬਦ ਦਾ ਚੇਤਾ ਕਰਕੇ ਉਹਨੂੰ ਜਾਪਿਆ ਜਿਵੇਂ ਉਹਨੇ ਜਗਸੀਰ ਦੇ ਪਿਓ ਦਾ ਤਿਰਸਕਾਰ ਕੀਤਾ ਸੀ। ਇਹ ਖਿਆਲ ਆਉਂਦਿਆਂ ਹੀ ਉਹਦੇ ਚਿਹਰੇ ਦੀਆਂ ਸਾਰੀਆਂ ਝੁਰੜੀਆਂ ਵਿੱਚ ਚੀਸਾਂ ਪੈਣ ਲੱਗ ਪਈਆਂ ਤੇ ਅਸਮਾਨ ਉਹਨੂੰ ਅੱਗ ਵਰਗਾ ਦਿਸਣ ਲੱਗ ਪਿਆ। ਅਜਿਹੇ ਖਿਆਲਾਂ ਤੋਂ ਹੁਣ ਉਹਨੂੰ ਡਰ ਆਉਣ ਲੱਗ ਪਿਆ ਸੀ। ਉਸ ਪਾਸਾ ਪਰਤਿਆ ਤੇ ਚੁੰਨੀ ਨਾਲ ਮੂੰਹ ਢੱਕ ਕੇ ਚੁੱਪ ਕਰ ਗਈ। ਆਥਣੇ ਜਦੋਂ ਜਗਸੀਰ ਘਰ ਆਇਆ ਤਾਂ ਨੰਦੀ ਅਜੇ ਵੀ ਮੰਜੀ ਉੱਤੇ ਪਈ ਸੀ। ਕੀ ਗੱਲ ਹੈ ਬੇਬੇ, ਅੱਜ ਵਰਤ ਰੱਖਣ ਦੀ ਸਲਾਹ ਹੈ? ਜਗਸੀਰ ਨੇ ਠੰਡੇ ਹਾਰੇ ਵੱਲ ਨਿਗਾਹ ਮਾਰ ਕੇ ਆਖਿਆ। ਜਦੋਂ ਬੇਬੇ ਸਿਵਿਆਂ 'ਚ ਜਾਂਦੀ ਰਹੀ ਜਦੋਂ ਮਰ ਜਾਵੇਗੀ, ਉਦੋਂ ਵਰਤ ਰੱਖ ਵੀ ਬਥੇਰਾ ਡੱਕ ਲਈ। ਕਿਸੇ ਨਹੀਂ ਤੇਰੇ ਮੂਹਰੇ ਥਾਲ ਪਰੋਸ ਧਰਨੇ, ਨੰਦੀ ਨੇ ਮੋੜਵਾਂ ਜਵਾਬ ਦਿੱਤਾ। ਹੁਣ ਨੰਦੀ ਇਸ ਤਰ੍ਹਾਂ ਜੋ ਸੂਟੀ ਤੋਂ ਘਰ ਤੋਂ ਆਉਂਦੀ ਹੈ, ਮੰਜੇ 'ਤੇ ਪਿਆਂ ਉਸ ਨੂੰ ਸ਼ਾਮ ਪੈ ਜਾਂਦੀ ਹੈ। ਸੋਚਾਂ ਸੋਚਦਿਆਂ ਜਦੋਂ ਜਗਸੀਰ ਘਰ ਆਉਂਦਾ ਹੈ ਤਾਂ ਠੰਡੇ ਹੋਏ ਹਾਰੇ ਨੂੰ ਵੇਖ ਕੇ ਆਖਦਾ ਹੈ ਕਿ ਅੱਜ ਵਰਤ ਰੱਖਣ ਦੀ ਸਲਾਹ ਹੈ। ਨੈਕਸਟ ਬੇਟਾ। ਤੁਰੰਤ ਤਾਂ ਜਗਸੀਰ ਨੂੰ ਮੱਲੋ ਮੱਲੀ ਹਾਸੀ ਆ ਗਈ, ਪਰ ਨਾਲ ਦੀ ਨਾਲ ਉਹਦਾ ਚਿੱਤ ਭੈੜਾ ਪੈ ਗਿਆ। ਚਿੱਤ ਭੈੜਾ ਪੈਣਾ, ਮਨ ਦੁਖੀ ਹੋਣਾ। ਨੰਦੀ ਦੀਆਂ ਆਥਣ ਉੱਗਣ ਦੀਆਂ ਅਜਿਹੀਆਂ ਗੱਲਾਂ ਤੋਂ ਉਹਨੂੰ ਹੁਣ ਅਕੇਵਾਂ ਹੋਣ ਲੱਗ ਪਿਆ ਸੀ। ਦਿਨੋਂ ਦਿਨ ਨੰਦੀ ਦਾ ਇਹ ਸ਼ੁਦਾ ਵੱਧਦਾ ਜਾਂਦਾ ਸੀ। ਜਿੰਨਾ ਚਿਰ ਜਗਸੀਰ ਘਰ ਰਹਿੰਦਾ, ਆਨੀ ਬਹਾਨੀ ਉਹ ਵਿੰਗੇ ਟੇਢੇ ਢੰਗ ਨਾਲ ਇਹੋ ਗੱਲ ਛੇੜੀ ਰੱਖਦੀ। ਇਸੇ ਕਰਕੇ ਜਗਸੀਰ ਕਈ ਵਾਰੀ ਸਾਰਾ ਦਿਨ ਤੇ ਕਦੇ ਰਾਤ ਵੀ ਘਰ ਨਹੀਂ ਸੀ ਆਉਂਦਾ। ਪਰ ਨਾਲ ਹੀ ਨੰਦੀ ਦੀ ਅਜਿਹੀ ਤਰਸਯੋਗ ਹਾਲਤ ਵੀ ਉੱਥੋਂ ਨਹੀਂ ਸੀ ਜਰੀ ਜਾਂਦੀ। ਜਦੋਂ ਵੀ ਉਹ ਕੁਝ ਕੁਵੇਲਾ ਕਰ ਆਉਂਦਾ, ਨੰਦੀ ਉਹਨੂੰ ਮੁੜ ਪੁੱਛਦੀ ਕਿ ਉਹ ਕਿੱਥੇ ਗਿਆ ਸੀ। ਹੁਣ ਇੱਥੇ ਕੀ ਦੱਸਿਆ ਗਿਆ ਕਿ ਜਿਵੇਂ ਜਗਸੀਰ ਉਹ ਵੀ ਖੁਦ ਨੰਦੀ ਦੀਆਂ ਆਪਣੇ ਰਿਸ਼ਤੇ ਸੰਬੰਧੀ ਗੱਲਾਂ ਸੁਣ ਕੇ ਅੱਕ ਗਿਆ ਸੀ, ਪਰ ਫਿਰ ਉਸਨੂੰ ਤਰਸ ਵੀ ਆਉਂਦਾ ਸੀ ਆਪਣੀ ਮਾਂ ਦੇ ਉੱਪਰ, ਕਿਉਂਕਿ ਉਸ ਦੀਆਂ ਅਜਿਹੀਆਂ ਗੱਲਾਂ ਸੁਣਨ ਤੋਂ ਬਚਣ ਲਈ ਕਈ ਵਾਰ ਤਾਂ ਸਾਰਾ ਦਿਨ ਤੇ ਕਦੇ ਰਾਤ ਵੀ ਨਹੀਂ ਆਉਂਦਾ ਸੀ। ਤੇ ਨੰਦੀ ਉਸ ਨੂੰ ਪੁੱਛਦੀ ਸੀ ਕਿ ਉਹ ਇੰਨਾ ਕੁਵੇਲਾ ਕਿਉਂ ਕਰ ਆਇਆ, ਉਹ ਕਿੱਥੇ ਸੀ। ਨੈਕਸਟ ਬੇਟਾ, ਪਹਿਲੇ ਪੇਜ ਨੰਬਰ ਜੋ ਸਾਡਾ 11 ਹੈ, ਇਸ 'ਤੇ ਅਸੀਂ ਵਰਡ ਮੀਨਿੰਗ ਨੋਟ ਕਰਾਂਗੇ। ਫਸਟ ਵਰਡ ਹੈ ਕਪੁੱਤ। ਕਪੁੱਤ ਹੁੰਦਾ ਹੈ ਜਿਹੜਾ ਮਾੜਾ ਪੁੱਤ ਹੋਵੇ। ਤੜਕੇ, ਸਵੇਰੇ, ਸਵਖਤੇ। ਤਿਉਹਾਰ, ਜਿੰਦਰੀ, ਤਾਲਾ। ਭੁਆਉਂਦੀ ਰਹੀ, ਘੁਮਾਉਂਦੀ ਰਹੀ।
नैक्सट बेटा वर्ड है टूमा, गहने, गहना है एक औरतों का। नैक्सट बेटा अठियानी, अठियानी 50 पैसे। नैक्सट वर्ड आया बेटा दुसाले। हुण दू अर्थ मतलब दो, शाले मतलब शाल, इत्थे आ गया दुशाले पशमीने के 2 शाल जां चादरां। नैक्सट बेटा रीडिंग करनी असी। इस पुछ पछाई तो भी जगसीर नूं बड़ा अकेवा हुंदा। अखीर वो सोचदा पता नहीं होर 1-2 वरे इन्हें जिउणा है कि नहीं, हुण काहदे पिछे इनूं दुखी करना है। वाह लगदी वो नंदी दीयां सारियां गल्लां सुण के हासे विच टाल दिंदा। नंदी नूं पूरा भरोसा सी कि उहदा जगसीर पुੱਤ कपुੱਤ नहीं है। मतलब कि बेशक जगसीर नूं भी चंगा नहीं सी लगदा बार बार अजिहियां गल्लां सुनना, पर फिर भी वो नंदी नूं दुखी नहीं करना चाहुंदा सी ते उसदियां गल्लां सुण के हासे विच टाल दिंदा सी। बेबे तड़के मैं अपने खेत हल जोड़ना है, जगसीर ने नंदी का ध्यान इधरों हटाउण लई कहा। अपने खेत का नां सुण के बेंदक तां नंदी चुप करके पई रही, पर फिर आप ही उठ के डंगोरी चुकदियां उस मलवी जीव नाल कहा भली होई। यह दिन नंदी लई वरे दिनां दे दिन वर्गा हुंदा ते हुण तक वो इस दिन नूं एक तिहार वांग मनांदी आई सी। इसे करके वो चुप चपीती उठ के कोठरी अंदर चली गई ते अपने लक्कड़ दे पुराने संदूक कोल जा खड़ोती। आले विच पए शिकू विच उस टोह टा के कुंजी लभी ते जंगाल दी खाधी जिंदरी खोलण लग पई। मैं आवां बेबे जे जिंदरा नहीं खोलदा तां, जगसीर ने हासे वजों बाहरों ही आख्या। हुण जदों भी हाड़ी सौणी का समा आउंदा सी, जगसीर ने जदों भी पहलां अपना खेत वाहुणा हुंदा सी ते नंदी लई दिन एक त्योहार वांग हुंदा सी। इसलिए इस दिन नूं बड़ी चावां नाल एक त्योहार वांग मनाउंदी सी। पर नंदी चुप करके कुंजी नूं जिंदरी विच पवाउंदी रही। जगसीर नूं पता सी हर हाड़ी सौणी साल विच 2 वारी वो इस जिंदरी नूं खोलदी सी ते उस जगसीर नूं भी कदे इस संदूक दे नेड़े नहीं सी आउण दिता। भावें जगसीर नूं पता सी कि संदूक विच बिना 4 पुराने कपड़ियां दे अते 1-2 चांदी दीयां टूमां तो होर कुछ भी नहीं सी, पर तद भी उहदा जी कई बार कीता सी कि इहनूं खोल के वेखे कि नंदी ने इस विच की लुकाया होया सी। पर फिर आपे ही उहनूं नंदी दी ओह गल चेते आ जांदी जो कई वरे होए उहने इवें हाड़ी दी बिजाई वेले संदूक खोलदिआं आखी सी। जदों जगसीर उहदे संदूक खोलदी दे कोल जा खड़ोता तां उहने कहा सी, मेरे मरी पिछों कुछ करी, पर मेरे जिउंदिआं जिउंदिआं इस संदूक नूं हत्थ ना लाई। ते ओह दिन हद जगसीर कदे इस संदूक दे नेड़े नहीं सी गया। पलक पिछों नंदी हत्थ विच एक चांदी दा रुपया लैके बाहर आ गई। जगसीर नूं फड़ाउंदिआं बोली, लै अठियानी दे चौल ते अठियानी दी शक्कर लै आ, मगर हुण 2 ही रह गए, सौणी ताईं तां मरदी नहीं, उदों पिछों एक बचूगा, ਉਹਦਾ ਮੇਰੇ ਤੇ ਖੱਫਣ ਪਾ ਦੀ। ਹੁਣ ਜਦੋਂ ਨੰਦੀ ਸੰਦੂਕ ਦੇ ਕੋਲ ਜਾਂਦੀ ਹੈ ਤੇ ਉੱਥੇ ਜਦੋਂ ਜਾ ਕੇ ਸੰਦੂਕ ਆਪਣਾ ਲੱਕੜ ਦਾ ਖੋਲ੍ਹਦੀ ਹੈ, ਉਸ ਵਿੱਚੋਂ ਇੱਕ ਚਾਂਦੀ ਦਾ ਰੁਪਇਆ ਲੈ ਕੇ ਆ ਜਾਂਦੀ ਹੈ ਤੇ ਜਗਸੀਰ ਨੂੰ ਫੜਾਉਂਦੇ ਹੋਏ ਆਖਦੀ ਕਿ ਇੱਕ ਅਠਿਆਨੀ ਦੇ ਚੌਲ ਤੇ ਨਾਲੇ ਅਠਿਆਨੀ ਦੀ ਸ਼ੱਕਰ ਲੈ ਆਵੇ ਤੇ 2 ਰੁਪਏ ਬਾਕੀ ਵਿੱਚ ਰਹਿ ਗਏ ਨੇ। ਇੱਕ ਸੌਣੀ ਦੇ ਸਮੇਂ ਵਰਤਿਆ ਜਾਵੇਗਾ ਤੇ ਦੂਸਰਾ ਉਹ ਜਦੋਂ ਨੰਦੀ ਮਰੇਗੀ ਉਸ ਦੇ ਉੱਪਰ ਖੱਫਣ ਪਾ ਦੇਵੇ। ਤੈਨੂੰ ਮੈਂ 1 ਰੁਪਈਏ ਵਾਲਾ ਖੱਫਣ ਪਾ ਕੇ ਤੋਰੂ ਬੇਬੇ, ਜਗਸੀਰ ਨੇ ਮੁਸਕਰਾ ਕੇ ਕਿਹਾ। ਤੂੰ ਵੇਖੀ ਤਾਂ ਸਹੀ, ਤੇਰੇ ਤੇ ਦੁਸਾਲੇ ਪਾ ਕੇ ਤੇਰਾ ਐਸਾ ਬਮਾਨ ਕੱਢੂੰ ਵੀ ਦੁਨੀਆ ਪਈ ਦੇਖੇ। ਲੈ ਪਾਈ ਚਾਹੇ ਨਾ ਪਾਈ, ਦਸਾਲਿਆਂ ਨਾਲ ਕਿਹੜਾ ਗੱਤ ਹੋ ਜੂ। ਨੰਦੀ ਦਾ ਰੁੱਖ ਫਿਰ ਉਸ ਪਾਸੇ ਹੋਇਆ ਵੇਖ ਕੇ ਉਹ ਉੱਠ ਖੜੋਤਾ ਤੇ ਰੁਪਈਆ ਫੜ ਕੇ ਹੱਟੀ ਵੱਲ ਤੁਰ ਗਿਆ। ਓਕੇ ਬੇਟਾ, ਹੁਣ ਸਾਡੇ ਪੇਜ ਨੰਬਰ 11 ਤੱਕ ਸਾਡੀ ਕਾਂਡ ਨੰਬਰ 1 ਪੂਰਾ ਕੰਪਲੀਟ ਹੋ ਗਿਆ ਰੀਡਿੰਗ, ਤੇ ਤੁਸੀਂ ਪੇਜ ਨੰਬਰ 9, 10 ਤੇ 11 ਵੀ ਰਿਵਾਈਜ਼ ਕਰਨਾ ਹੈ। ਓਕੇ ਬੇਟਾ।